ਸਤਿ ਸ਼੍ਰੀ ਅਕਾਲ ਜੀ। ਕਿਤਾਬ ਸੱਚੋ ਸੱਚ ਅਮਰੀਕਾ ਦਾ ਸਫ਼ਰਨਾਮਾ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਦੂਜਾ ਲੇਖ ਕੰਮ ਦੀ ਕਰਾਮਾਤ। ਅਮਰੀਕਾ ਦੀ ਸਰਵਪੱਖੀ ਉੱਨਤੀ ਦਾ ਭੇਤ ਇਹ ਹੈ ਕਿ ਅਮਰੀਕਾ ਵਿੱਚ ਬੈਠਣ ਲਈ ਕੋਈ ਥਾਂ ਨਹੀਂ ਹੈ। ਡਾਕਖਾਨਿਆਂ, ਬੈਂਕਾਂ, ਦਫ਼ਤਰਾਂ, ਕਾਰਖਾਨਿਆਂ, ਸਟੋਰਾਂ ਆਦਿ ਵਿੱਚ ਕੁਰਸੀ ਹੈ ਹੀ ਨਹੀਂ ਅਤੇ ਸਾਰੇ ਖਲੋ ਕੇ ਕੰਮ ਕਰਦੇ ਹਨ। ਖਲੋ ਕੇ ਵਿਹਲੇ ਰਹਿਣਾ ਬੜਾ ਮੁਸ਼ਕਲ ਹੁੰਦਾ ਹੈ। ਅਮਰੀਕਾ ਨੂੰ ਵੇਖ ਕੇ ਮੈਂ ਸਭ ਤੋਂ ਵੱਧ ਉਹਨਾਂ ਲੋਕਾਂ ਦੀ ਕੰਮ ਪ੍ਰਤੀ ਲਗਨ ਅਤੇ ਸੁਹਿਰਦਤਾ ਤੋਂ ਪ੍ਰਭਾਵਿਤ ਹੋਇਆ ਹਾਂ। ਮੇਰਾ ਵਿਸ਼ਵਾਸ ਹੈ ਕਿ ਮਨੁੱਖ ਨੇ ਸਭਿਅਤਾ ਦਾ ਵਿਕਾਸ ਨਿਰੰਤਰ ਕੰਮ ਕਰਕੇ ਕੀਤਾ ਹੈ। ਜਦੋਂ ਮਨੁੱਖ ਕੰਮ ਤੋਂ ਉਦਾਸਹੀਨ ਹੋ ਜਾਵੇਗਾ, ਉਦੋਂ ਉਸ ਦਾ ਜੀਵਨ ਪੱਧਰ ਵੀ ਨਿੱਘਰ ਜਾਵੇਗਾ। ਯੂਰਪ ਦੀ ਤਰੱਕੀ ਪਿੱਛੇ 7 ਸਦੀਆਂ ਦੀ ਨਿਰੰਤਰ ਮਿਹਨਤ ਖਲੋਤੀ ਹੋਈ ਹੈ। ਕੇਵਲ ਸੁਪਨੇ ਵੇਖਣ ਵਾਲੀ ਕੌਮ ਕਦੇ ਖੁਸ਼ਹਾਲ ਨਹੀਂ ਹੋ ਸਕਦੀ। ਮਨੁੱਖ ਕਦੇ ਵੀ ਕਿਸੇ ਅਜਿਹੀ ਸਮਾਜਿਕ ਪ੍ਰਣਾਲੀ ਦਾ ਨਿਰਮਾਣ ਨਹੀਂ ਕਰ ਸਕੇਗਾ ਜਿਸ ਵਿੱਚ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ। ਕੰਮ ਕਰਨਾ ਮਨੁੱਖ ਲਈ ਸ਼ਰਾਬ ਨਹੀਂ, ਇਹ ਤਾਂ ਜੀਵਨ ਦੇ ਅਰਥ ਜਾਣਨ ਦਾ ਇੱਕ ਵਸੀਲਾ ਹੈ। ਮਨੁੱਖ ਦਾ ਸਮੁੱਚਾ ਗਿਆਨ ਅਸਲ ਵਿੱਚ ਉਪਜੀਵਕਾ ਦੇ ਰਾਹ ਵਿੱਚ ਆਈਆਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚੋਂ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੂੰ ਆਪਣੀ ਰੋਜੀ ਕਮਾਉਣ ਦੀ ਮਜਬੂਰੀ ਨਹੀਂ ਹੁੰਦੀ, ਉਹ ਸਮਾਜ ਵਿੱਚ ਕੇਵਲ ਵਿਭਚਾਰ ਹੀ ਫੈਲਾਉਂਦੇ ਹਨ। ਡੇਰਿਆਂ ਦੇ ਉਹੀ ਸੰਤ ਮਹੰਤ ਸਤਿਕਾਰੇ ਜਾਣਗੇ ਜਿਹੜੇ ਲੋਕ ਭਲਾਈ ਦੇ ਕੰਮਾਂ ਵਿੱਚ ਰੁੱਝੇ ਰਹਿਣਗੇ, ਅਰਥਾਤ ਜਿਹੜੇ ਉਪਦੇਸ਼ ਦੇਣ ਦੀ ਥਾਂ ਕੰਮ ਕਰਨਗੇ। ਭਾਰਤ ਦੀ ਗਰੀਬੀ ਦਾ ਇੱਕ ਕਾਰਨ ਮੈਨੂੰ ਇਹ ਪ੍ਰਤੀਤ ਹੋਇਆ ਹੈ ਕਿ ਇੱਥੇ ਕੰਮ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਮਿਹਨਤ ਉੱਤੇ ਦਫ਼ਤਰਾਂ ਵਿੱਚ ਕੰਮ ਕਰਨ ਵਾਲਾ ਵਿਹਲੜ ਅਮਲਾ ਪਲਦਾ ਹੈ। ਇਸ ਅਮਲੇ ਦਾ ਉਦੇਸ਼ ਕੰਮ ਵਿੱਚ ਵਿਘਨ ਪਾਉਣਾ, ਰੁਕਾਵਟਾਂ ਉਪਜਾਉਣਾ, ਇਤਰਾਜ਼ ਘੜਨਾ ਅਤੇ ਕੁਣਤਰਾਂ ਉਸਾਰਨਾ ਹੈ। ਇਹ ਲੋਕ ਆਪਣਾ ਰੋਸ ਚੱਲਦੇ ਕੰਮ ਵਿੱਚ ਵਿਘਨ ਪਾ ਕੇ ਗੱਡੀਆਂ, ਬੱਸਾਂ ਆਦਿ ਰੋਕ ਕੇ ਅਤੇ ਕਾਰੋਬਾਰ ਬੰਦ ਕਰਕੇ ਕਰਦੇ ਹਨ। ਸਾਡੀਆਂ ਸਰਕਾਰਾਂ ਵਿਉਂਤਾਂ ਤਾਂ ਅਨੇਕਾਂ ਬਣਾਉਂਦੀਆਂ ਹਨ, ਪਰ ਸਿਰੇ ਨਹੀਂ ਚੜ੍ਹਾਉਂਦੀਆਂ। ਸਾਡੇ ਦੇਸ਼ ਵਿੱਚ ਰਾਜਨੀਤਿਕ ਖੇਤਰ ਵਿੱਚ ਧਿਆਨ ਇਸ ਗੱਲ ਉੱਤੇ ਕੇਂਦਰਿਤ ਕੀਤਾ ਹੁੰਦਾ ਹੈ ਕਿ ਕਿਸ ਦੀ ਸਰਕਾਰ ਬਣੇ, ਨਾ ਕਿ ਕਿਹੋ ਜਿਹੀ ਸਰਕਾਰ ਬਣੇ। ਅਜਿਹੀਆਂ ਹਾਲਤਾਂ ਵਿੱਚ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਇਤਨੇ ਗਰੀਬ ਕਿਉਂ ਹਾਂ। ਅਮਰੀਕਾ ਦੀ ਆਰਥਿਕ ਖੁਸ਼ਹਾਲੀ ਦਾ ਇੱਕ ਪੱਖ ਇਹ ਹੈ ਕਿ ਉੱਥੇ ਸਮੁੱਚੇ ਜੀਵਨ ਨੂੰ ਨੇਮਬੱਧ ਕੀਤਾ ਗਿਆ ਹੈ ਅਤੇ ਕਿਸੇ ਪ੍ਰਕਾਰ ਦਾ ਵਿਘਨ ਸਵੀਕਾਰ ਨਹੀਂ ਕੀਤਾ ਜਾਂਦਾ। ਉੱਥੇ ਕਾਨੂੰਨਾਂ ਦਾ ਉਦੇਸ਼ ਜੀਵਨ ਨੂੰ ਸੁਖਾਲਾ ਬਣਾਉਣਾ ਹੈ। ਇਹ ਦੁਕਾਨਦਾਰ ਦੀ ਮਰਜ਼ੀ ਹੈ ਕਿ ਉਹ ਆਪਣੀ ਦੁਕਾਨ ਕਦੋਂ ਖੋਲ੍ਹੇ ਅਤੇ ਕਦੋਂ ਬੰਦ ਕਰੇ। ਉਹ ਚਾਹੇ ਤਾਂ ਆਪਣੀ ਦੁਕਾਨ ਨਿਰੰਤਰ ਖੁੱਲ੍ਹੀ ਰੱਖ ਸਕਦਾ ਹੈ ਅਤੇ ਅਜਿਹੀਆਂ ਅਨੇਕਾਂ ਦੁਕਾਨਾਂ ਹਨ ਵੀ ਜਿਹੜੀਆਂ ਕਦੀ ਬੰਦ ਹੁੰਦੀਆਂ ਹੀ ਨਹੀਂ। ਇਹ ਵੀ ਖੁੱਲ੍ਹ ਹੈ ਕਿ ਕੋਈ ਚੀਜ਼ ਕਿਤਨੇ ਦੀ ਵੇਚੇ, ਕਿਉਂਕਿ ਇਹ ਵੀ ਖੁੱਲ੍ਹ ਸਭ ਲਈ ਹੈ ਅਤੇ ਮੁਕਾਬਲਾ ਬੜਾ ਸਖਤ ਹੈ। ਸੋ ਇਸ ਖੁੱਲ੍ਹ ਦਾ ਖਰੀਦਦਾਰ ਨੂੰ ਲਾਭ ਹੀ ਹੁੰਦਾ ਹੈ। ਅਮਰੀਕਾ ਵਿੱਚ ਸਰਕਾਰ ਦੀ ਵਪਾਰ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਹੁੰਦੀ। ਉੱਥੇ ਦੁਕਾਨਦਾਰ ਨੂੰ ਖੁੱਲ੍ਹ ਹੈ ਕਿ ਉਹ ਭਾਵੇਂ $1 ਦੀ ਚੀਜ਼ $1,00,000 ਦੀ ਵੇਚੇ, ਪਰ ਉਸ ਦਾ ਕਾਨੂੰਨੀ ਫਰਜ਼ ਹੈ ਕਿ ਉਹ ਸੌਦੇ ਉੱਤੇ ਬਣਦਾ ਵਿਕਰੀ ਟੈਕਸ ਸਰਕਾਰ ਕੋਲ ਜਮ੍ਹਾਂ ਕਰਵਾਏ। ਟੈਕਸ ਨਾ ਦੇਣਾ ਅਮਰੀਕਾ ਵਿੱਚ ਰਾਜਧਰੋਹ ਮੰਨ ਕੇ ਮੁਕੱਦਮਾ ਚਲਾਇਆ ਜਾਂਦਾ ਹੈ। ਉੱਥੇ ਕੋਈ ਆਮਦਨ ਛੁਪਾਈ ਨਹੀਂ ਜਾ ਸਕਦੀ। ਅਮਰੀਕਾ ਵਿੱਚ ਹਰ ਕੋਈ ਆਪਣੇ ਰੁਤਬੇ ਅਨੁਸਾਰ ਰੁਤਬੇ ਵਾਲੀ ਦੁਕਾਨ ਉੱਤੇ ਜਾਂਦਾ ਹੈ। ਜੇ ਇੱਕ ਚੀਜ਼ ਇੱਕ ਸਟੋਰ ਵਿੱਚ $50 ਦੀ ਮਿਲੇਗੀ, ਉਹੀ ਚੀਜ਼ ਕਿਸੇ ਹੋਰ ਸਟੋਰ ਵਿੱਚ ਹੋ ਸਕਦਾ ਹੈ $10 ਦੀ ਮਿਲ ਜਾਵੇ। ਚੰਗੇ ਸਟੋਰਾਂ ਵਿੱਚ ਗਰੰਟੀਸ਼ੁਦਾ ਮਾਲ ਵਿਕਦਾ ਹੈ। ਅਮਰੀਕਾ ਇਤਨੀ ਵੱਡੀ ਮੰਡੀ ਹੈ ਕਿ ਦੁਨੀਆ ਦੇ ਹਰ ਦੇਸ਼ ਦੀਆਂ ਚੀਜ਼ਾਂ ਉੱਥੇ ਮਿਲਦੀਆਂ ਹਨ। ਅਮਰੀਕਾ ਦੀ ਸਾਰੀ ਆਬਾਦੀ ਸਭ ਕੁਝ ਖਰੀਦ ਸਕਦੀ ਹੈ, ਸੋ ਸਭ ਕੁਝ ਬਹੁਤ ਮਾਤਰਾ ਵਿੱਚ ਵਿਕਦਾ ਹੈ। ਸਾਡੇ ਮਾਲ ਦੀ ਪੱਧਰ ਭਰੋਸੇਯੋਗ ਨਾ ਹੋਣ ਕਾਰਨ ਅਮਰੀਕਾ ਵਿੱਚ ਸਾਡੀਆਂ ਬਣਾਈਆਂ ਚੀਜ਼ਾਂ ਦੀ ਸ਼ਾਖ ਬਹੁਤ ਚੰਗੀ ਨਹੀਂ ਹੈ। ਅਮਰੀਕਨਾਂ ਦੀ ਬਹੁ ਗਿਣਤੀ ਦੇ ਕੰਮ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਹੈ। ਇਹਨਾਂ 9 ਘੰਟਿਆਂ ਵਿੱਚੋਂ ਅੱਧਾ ਘੰਟਾ ਦੁਪਹਿਰ ਵੇਲੇ ਕੁਝ ਖਾਣ ਪੀਣ ਲਈ ਅਤੇ 15-15 ਮਿੰਟ 2 ਵਾਰੀ ਚਾਹ ਕਾਫੀ ਲਈ ਹੁੰਦੇ ਹਨ। ਖਾਣ ਪੀਣ ਵਾਲੀਆਂ ਚੀਜ਼ਾਂ ਅੰਦਰ ਹੀ ਮਿਲਦੀਆਂ ਹਨ। ਅੱਧੇ ਘੰਟੇ ਦੇ ਅਰਥ ਅੱਧਾ ਘੰਟਾ ਹਨ ਅਤੇ 15 ਮਿੰਟ 15 ਮਿੰਟ ਹੀ ਹੁੰਦੇ ਹਨ। ਖਾਣ ਪੀਣ ਵਾਲੀਆਂ ਚੀਜ਼ਾਂ ਇਤਨੀਆਂ ਸਸਤੀਆਂ ਹਨ ਕਿ ਮਾਲਕ ਕਰਮਚਾਰੀਆਂ ਨੂੰ ਅਕਸਰ ਆਪਣੇ ਵੱਲੋਂ ਮੁਫਤ ਹੀ ਦਿੰਦੇ ਹਨ। ਸਮੇਂ ਦੀ ਪਾਬੰਦੀ ਅਮਰੀਕਨ ਜੀਵਨ ਦਾ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲਾ ਪੱਖ ਹੈ। ਸਭ ਕੋਲ ਆਪਣੀਆਂ ਕਾਰਾਂ ਹਨ, ਸੋ ਕਿਸੇ ਦੇ ਦੇਰ ਨਾਲ ਆਉਣ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ।
ਕੋਈ ਹਾਜ਼ਰੀ ਰਜਿਸਟਰ ਨਹੀਂ, ਕੋਈ ਨਿਗਰਾਨ ਨਹੀਂ। 1 ਮਿੰਟ ਲੇਟ ਆਉਣ ਨਾਲ 15 ਮਿੰਟ ਕੱਟੇ ਜਾਂਦੇ ਹਨ ਅਤੇ 5 ਮਿੰਟ ਲੇਟ ਆਉਣ ਨਾਲ ਅੱਧਾ ਘੰਟਾ ਕੱਟਿਆ ਜਾਂਦਾ ਹੈ। ਗੇਟ ਉੱਤੇ ਹੀ ਮਸ਼ੀਨ ਲੱਗੀ ਹੋਈ ਹੈ ਅਤੇ ਹਰ ਕਾਮੇ ਨੇ ਅੰਦਰ ਜਾਣ ਵੇਲੇ ਆਪਣਾ ਕਾਰਡ ਉਸ ਵਿੱਚੋਂ ਲੰਘਾਉਣਾ ਹੁੰਦਾ ਹੈ। ਉੱਥੋਂ ਦੇ ਜੀਵਨ ਦੀ ਪ੍ਰਭਾਵਸ਼ਾਲੀ ਗੱਲ ਇਹ ਹੈ ਕਿ ਸਾਰੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ। ਹਰ ਕੋਈ ਇਸ ਭਾਵਨਾ ਨਾਲ ਕੰਮ ਕਰਦਾ ਹੈ ਜਿਵੇਂ ਸਭ ਕੁਝ ਉਸ ਦੇ ਕੰਮ ਉੱਪਰ ਨਿਰਭਰ ਕਰਦਾ ਹੋਵੇ। ਦੂਜੇ ਪਾਸੇ ਅਸੀਂ ਕੰਮ ਤੋਂ ਟਲਣ ਦੇ ਨਵੇਂ-ਨਵੇਂ ਢੰਗ ਤਰੀਕੇ ਲੱਭ ਲਏ ਹਨ। ਉਹਨਾਂ ਦੇ ਮੁਕਾਬਲੇ ਅਸੀਂ ਵਿਹਲੜ ਹੀ ਪ੍ਰਤੀਤ ਹੁੰਦੇ ਹਾਂ। ਵਿਹਲੜ ਇੱਕ ਰੁਕੀ ਹੋਈ ਘੜੀ ਵਾਂਗ ਜਾਂ ਖਲੋਤੇ ਹੋਏ ਪਾਣੀ ਵਾਂਗ ਹੁੰਦਾ ਹੈ। ਮੰਗਤੇ ਵਿਹਲੜਾਂ ਦੀ ਪ੍ਰਮੁੱਖ ਉਦਾਹਰਣ ਹਨ ਜਿਨ੍ਹਾਂ ਦੇ ਮੂੰਹ ਭੋਜਨ ਦੀ ਉਡੀਕ ਵਿੱਚ ਲੈਟਰ ਬਾਕਸ ਵਾਂਗ ਸਦਾ ਖੁੱਲ੍ਹੇ ਰਹਿੰਦੇ ਹਨ। ਕਹਿੰਦੇ ਹਨ ਕਿ ਕੰਮ ਨੂੰ ਟਾਲਣ ਦਾ ਸੰਸਾਰ ਵਿੱਚ ਜੇ ਕੋਈ ਬਹਾਨਾ ਹੋ ਸਕਦਾ ਹੈ ਤਾਂ ਉਹ ਅਸੀਂ ਲੱਭ ਲਵਾਂਗੇ। ਇਸ ਖੇਤਰ ਵਿੱਚ ਅਸੀਂ ਪਹਿਲਾਂ ਹੀ ਬੜੀਆਂ ਪ੍ਰਾਪਤੀਆਂ ਕੀਤੀਆਂ ਹੋਈਆਂ ਹਨ। ਵਿਹਲੜਪੁਣਾ ਕਮਜ਼ੋਰ ਦਿਮਾਗਾਂ ਦਾ ਢਾਸਣਾ ਹੁੰਦਾ ਹੈ ਅਤੇ ਮੂਰਖਾਂ ਦਾ ਸਿਰਹਾਣਾ। ਜਿਹੜੇ ਕੁਝ ਨਹੀਂ ਕਰਦੇ ਉਹ ਕੁਝ ਨਹੀਂ ਬਣਦੇ। ਇਮਾਨਦਾਰੀ, ਸੱਚਾਈ, ਵਫਾਦਾਰੀ, ਮਿਹਨਤ ਅਤੇ ਵਿਕਾਸ ਆਦਿ ਸੰਕਲਪ ਕੰਮ ਕਰਨ ਵਾਲੇ ਵਿਅਕਤੀਆਂ ਨਾਲ ਜੁੜੇ ਹੋਏ ਹਨ। ਕੰਮ ਕਰਦੇ ਵਿਅਕਤੀ ਕਦੇ ਬਿਮਾਰ ਨਹੀਂ ਹੁੰਦੇ। ਬਿਮਾਰੀਆਂ ਕੰਮਚੋਰਾਂ ਨੂੰ ਹੀ ਘੇਰਦੀਆਂ ਹਨ। ਕੰਮਚੋਰ ਵੀ ਨਿਰੰਤਰ ਰੁੱਝੇ ਰਹਿੰਦੇ ਹਨ, ਪਰ ਉਹ ਆਪਣੇ ਕੰਮ ਵਿੱਚ ਨਹੀਂ, ਹੋਰ ਕੰਮਾਂ ਵਿੱਚ ਦਿਲਚਸਪੀ ਲੈਂਦੇ ਹਨ। ਸਭ ਤੋਂ ਡਰਾਉਣੀ ਚੀਜ਼ ਭੂਤ ਪ੍ਰੇਤ ਨਹੀਂ ਹੁੰਦੇ, ਨਿਕੰਮਾ ਵਿਅਕਤੀ ਹੁੰਦਾ ਹੈ। ਅਮਰੀਕਾ ਵਿੱਚ ਨਿਕੰਮੇ ਵਿਅਕਤੀਆਂ ਲਈ ਕੋਈ ਥਾਂ ਨਹੀਂ ਹੈ। ਉੱਥੇ ਖਲੋਤੇ ਜਾਂ ਰੁਕੇ ਹੋਣ ਦੇ ਅਰਥ ਖਤਮ ਹੋਣ ਤੋਂ ਹਨ। ਉੱਥੇ ਜੋ ਰੁਕ ਗਿਆ ਉਹ ਪਛੜ ਗਿਆ ਅਤੇ ਅਜਿਹਾ ਵਿਅਕਤੀ ਗਿਆ ਗੁਜ਼ਰਿਆ ਹੋ ਜਾਂਦਾ ਹੈ। ਅਮਰੀਕੀ ਲੋਕਾਂ ਦੀ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀ ਨਾ ਕੇਵਲ ਉਹਨਾਂ ਨੂੰ ਪ੍ਰਸ਼ੰਸਾਯੋਗ ਬਣਾਉਂਦੀ ਹੈ, ਸਗੋਂ ਸਾਨੂੰ ਬਹੁਤ ਕੁਝ ਸਿੱਖਣ ਲਈ ਵੀ ਪ੍ਰੇਰਦੀ ਹੈ। ਪਿਤਾ ਜੀ ਕਿਹਾ ਕਰਦੇ ਸਨ ਕਿ ਕੋਈ ਵਿਅਕਤੀ ਸਿਆਣਾ ਉਦੋਂ ਹੁੰਦਾ ਹੈ ਜਦੋਂ ਉਹ ਨਿਗਰਾਨੀ ਤੋਂ ਬਿਨਾਂ ਆਪਣਾ ਕੰਮ ਕਰਨ ਲੱਗ ਪਵੇ। ਅਮਰੀਕਾ ਵਿੱਚ ਨਿਗਰਾਨ ਨਹੀਂ ਹਨ, ਪਰ ਸਾਨੂੰ ਭਾਰਤੀਆਂ ਨੂੰ ਇਕੱਲਿਆਂ ਬਹਿ ਕੇ ਕੰਮ ਕਰਨ ਦੀ ਆਦਤ ਨਹੀਂ। ਅਸੀਂ ਆਰਥਿਕ ਪੱਖੋਂ ਹੀ ਨਹੀਂ, ਮਾਨਸਿਕ ਪੱਖੋਂ ਵੀ ਨਿਰਭਰ ਅਤੇ ਗਰੀਬ ਹਾਂ। ਇਹੀ ਕਾਰਨ ਹੈ ਕਿ ਅਸੀਂ ਨਿੱਕੀਆਂ-ਨਿੱਕੀਆਂ ਚੁਸਤੀਆਂ, ਚਲਾਕੀਆਂ, ਚਾਲਾਂ ਅਤੇ ਸਾਜ਼ਿਸ਼ਾਂ ਵਿੱਚ ਰੁੱਝੇ ਰਹਿੰਦੇ ਹਾਂ ਅਤੇ ਆਪਣੇ ਆਪ ਨੂੰ ਰੁੱਝੇ ਹੋਣ ਦਾ ਭੁਲੇਖਾ ਪਾਈ ਰੱਖਦੇ ਹਾਂ। ਅਸੀਂ ਕੰਮ ਵਿੱਚ ਰੁੱਝੇ ਤਾਂ ਰਹਿੰਦੇ ਹਾਂ, ਪਰ ਅਸੀਂ ਕੰਮ ਨਿਪਟਾਉਂਦੇ ਨਹੀਂ। ਅਸੀਂ ਕੰਮ ਨੂੰ ਲਮਕਾਉਣ, ਵਿੱਚ ਛੱਡਣ ਜਾਂ ਮੁਲਤਵੀ ਕਰਨ ਵਿੱਚ ਹੀ ਤਸੱਲੀ ਭਾਲਦੇ ਹਾਂ। ਕੰਮ ਵਿੱਚ ਰੋਕਾਂ ਪਾ ਕੇ ਅਸੀਂ ਆਪਣੇ ਆਪ ਦੇ ਮਹੱਤਵਪੂਰਨ ਹੋਣ ਦਾ ਭੁਲੇਖਾ ਸਿਰਜਦੇ ਹਾਂ। ਅਸੀਂ ਜੀਵਨ ਦੀਆਂ ਉੱਚੀਆਂ ਤਸੱਲੀਆਂ ਤੋਂ ਭਗੌੜੇ ਹੋਏ ਫਿਰਦੇ ਹਾਂ। ਅਮਰੀਕਾ ਵਿੱਚ ਕੰਮ ਕਰਨ ਦੀ ਥਾਂ ਉੱਤੇ ਕਿਸੇ ਨੂੰ ਨਿੱਜੀ ਕੰਮ ਲਈ ਮਿਲਣ ਜਾਣਾ ਜਾਂ ਟੈਲੀਫੋਨ ਕਰਨਾ ਅਸੰਭਵ ਹੈ। ਤੁਹਾਡਾ ਕੋਈ ਵੀ ਮਿੱਤਰ ਪਿਆਰਾ ਤੁਹਾਨੂੰ ਕੰਮ ਵਾਲੀ ਥਾਂ ਦਾ ਟੈਲੀਫੋਨ ਨੰਬਰ ਨਹੀਂ ਦੇਵੇਗਾ। ਕੰਮ ਵਾਲੀ ਥਾਂ ਉੱਤੇ ਕਿਸੇ ਦਾ ਨਿੱਜੀ ਫੋਨ ਆ ਜਾਣਾ ਉਸ ਦੇ ਮਾਣ ਸਤਿਕਾਰ ਨੂੰ ਘਟਾਉਂਦਾ ਹੈ। ਅਮਰੀਕਾ ਵਿੱਚ ਕੰਮ ਦੇ ਸਮੇਂ ਕੰਮ ਕਰਨਾ ਪੈਂਦਾ ਹੈ। ਤੁਹਾਨੂੰ ਭਰਵੀਂ ਉਜਰਤ ਮਿਲੇਗੀ, ਪਰ ਅਦਾਇਗੀ ਤੋਂ ਪਹਿਲਾਂ ਤੁਹਾਨੂੰ ਨਿਚੋੜ ਲਿਆ ਜਾਵੇਗਾ। ਇੱਕ ਕਾਰਖਾਨੇ ਵਿੱਚ ਮੈਂ ਵੇਖਿਆ ਕਿ ਉੱਪਰੋਂ ਹਰ 15 ਸਕਿੰਟਾਂ ਮਗਰੋਂ ਇੱਕ 30 ਫੁੱਟ ਲੰਮਾ ਪਾਈਪ ਬਣ ਕੇ ਆ ਰਿਹਾ ਸੀ, ਜਿਸ ਨੂੰ ਇੱਕ ਵਿਅਕਤੀ ਫੜ ਕੇ ਲੰਮਾ ਪਾ ਰਿਹਾ ਸੀ। ਉਸ ਦੇ ਵਾਪਸ ਆਉਣ ਉੱਤੇ ਅਗਲੇਰਾ ਪਾਈਪ ਆ ਚੁੱਕਾ ਹੁੰਦਾ ਸੀ। ਸੋ ਕਾਮਾ ਢਿੱਲੇ ਕਦਮਾਂ ਨਾਲ ਤੁਰਨਾ ਗਵਾਰਾ ਹੀ ਨਹੀਂ ਸੀ ਕਰ ਸਕਦਾ। ਬਹੁਤੇ ਕਾਰਖਾਨਿਆਂ ਵਿੱਚ ਬੈਲਟ ਸਿਸਟਮ ਹੈ, ਅਰਥਾਤ ਕਾਮਾ ਆਪਣੀ ਥਾਂ ਉੱਤੇ ਖਲੋਤਾ ਰਹਿੰਦਾ ਹੈ ਅਤੇ ਜੋ ਕੰਮ ਉਸਨੇ ਕਰਨਾ ਹੁੰਦਾ ਹੈ ਉਹ ਉਸ ਦੇ ਅੱਗੇ ਆ ਜਾਂਦਾ ਹੈ। ਉਸ ਕੰਮ ਨੇ ਉਸ ਅੱਗੇ ਉਤਨਾ ਸਮਾਂ ਹੀ ਰੁਕਣਾ ਹੈ ਜਿਤਨਾ ਨਿਰਧਾਰਿਤ ਕੀਤਾ ਗਿਆ ਹੈ। ਉਸ ਮਗਰੋਂ ਅਗਲਾ ਕੰਮ ਆ ਪਹੁੰਚੇਗਾ। ਸੋ ਕਿਸੇ ਨਾਲ ਕੰਮ ਵਾਲੀ ਥਾਂ ਉੱਤੇ ਗੱਲਾਂ ਕਰਨੀਆਂ ਸੰਭਵ ਹੀ ਨਹੀਂ ਹੁੰਦੀਆਂ। ਜੇ ਸਾਨੂੰ ਉਵੇਂ ਕੰਮ ਕਰਨਾ ਪੈ ਜਾਵੇ ਤਾਂ ਸਾਨੂੰ ਇੰਜ ਲੱਗੇਗਾ ਕਿ ਜਿਵੇਂ ਅਸੀਂ ਚਰਖੜੀ ਉੱਤੇ ਚੜ੍ਹੇ ਹੋਈਏ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਨੂੰ ਜਦੋਂ ਅਮਰੀਕਨ ਕੰਮ ਤੋਂ ਵਾਪਸ ਮੁੜਦੇ ਹਨ ਤਾਂ ਉਹਨਾਂ ਦੀ ਹਾਲਤ ਮਰੇ ਹੋਏ ਸੱਪ ਵਾਲੀ ਹੁੰਦੀ ਹੈ। ਇਹਨਾਂ ਦਿਨਾਂ ਵਿੱਚ ਕਿਸੇ ਨੂੰ ਮਿਲਣਾ ਜਾਂ ਮਿਲਣ ਦਾ ਯਤਨ ਕਰਨਾ ਜਾਂ ਕੋਈ ਸਮਾਗਮ ਕਰਨਾ ਮੂਰਖਤਾ ਸਮਝਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਆਪਣਾ ਕੰਮ ਹੈ ਉਹ ਆਪਣੇ ਸਮੇਂ ਦੇ ਆਪ ਮਾਲਕ ਹਨ, ਪਰ ਉਹਨਾਂ ਦਾ ਸਮਾਂ ਕਾਮਿਆਂ ਦੇ ਸਮੇਂ ਦੇ ਮੁਕਾਬਲੇ ਬੜਾ ਮਹਿੰਗਾ ਹੁੰਦਾ ਹੈ, ਸੋ ਉਹ ਹੋਰ ਵੀ ਵਧੇਰੇ ਰੁੱਝੇ ਰਹਿੰਦੇ ਹਨ। ਅਮਰੀਕਾ ਵਿੱਚ ਕਿਸੇ ਮਿੱਤਰ ਦਾ ਤੁਹਾਨੂੰ ਸਭ ਤੋਂ ਵੱਡਾ ਤੋਹਫਾ ਇਹ ਹੈ ਕਿ ਉਹ ਤੁਹਾਡੇ ਲਈ ਸਮਾਂ ਕੱਢੇ। ਸਮੇਂ ਦੀ ਕੀਮਤ ਦਾ ਉੱਥੇ ਹੀ ਪਤਾ ਲੱਗਦਾ ਹੈ। ਸਵੇਰੇ ਕਿਸੇ ਦੇ ਘਰ ਜਾਣਾ ਸੰਭਵ ਨਹੀਂ ਹੁੰਦਾ। ਸਵੇਰੇ ਤਾਂ ਕਿਸੇ ਨੂੰ ਟੈਲੀਫੋਨ ਵੀ ਨਹੀਂ ਕੀਤਾ ਜਾਂਦਾ। ਆਮ ਕਰਕੇ ਅਮਰੀਕਨ ਸਵੇਰੇ 6:30 ਵਜੇ ਕੰਮ ਤੇ ਰਵਾਨਾ ਹੋ ਜਾਂਦੇ ਹਨ ਅਤੇ ਸ਼ਾਮ ਨੂੰ ਲਗਭਗ 7 ਵਜੇ ਪੂਰੀ ਥਕਾਵਟ ਨਾਲ ਵਾਪਸ ਪਰਤਦੇ ਹਨ ਅਤੇ ਆ ਕੇ ਟੈਲੀਵਿਜ਼ਨ ਦੇ ਸਾਹਮਣੇ ਢੇਰੀ ਹੋ ਜਾਂਦੇ ਹਨ।
ਇਹੀ ਕਾਰਨ ਹੈ ਕਿ ਉਹਨਾਂ ਕੋਲ ਭੋਜਨ ਪਕਾਉਣ ਦੀ ਹਿੰਮਤ ਹੀ ਨਹੀਂ ਹੁੰਦੀ, ਸੋ ਉਹ ਪੱਕਿਆ ਪਕਾਇਆ ਭੋਜਨ ਲਿਆ ਰੱਖਦੇ ਹਨ ਅਤੇ ਗਰਮ ਕਰਕੇ ਖਾ ਲੈਂਦੇ ਹਨ। ਕਈਆਂ ਨੂੰ ਇਹ ਸਭ ਕੁਝ ਬੜਾ ਅਜੀਬ ਲੱਗਦਾ ਹੋਵੇਗਾ, ਪਰ ਸ਼ੁੱਕਰਵਾਰ ਸ਼ਾਮ ਨੂੰ ਹਰ ਅਮਰੀਕੀ ਦੇ ਚਿਹਰੇ ਉੱਤੇ ਇੱਕ ਕੰਨ ਤੋਂ ਦੂਜੇ ਕੰਨ ਤੱਕ ਮੁਸਕਰਾਹਟ ਪਸਰੀ ਹੁੰਦੀ ਹੈ। ਇਹ 2 ਦਿਨ ਉਹ ਬੜੇ ਰੁਝੇਵਿਆਂ ਵਾਲਾ ਮਨ ਪਰਚਾਵਾ ਕਰਦੇ ਹਨ। ਉਹਨਾਂ ਲੋਕਾਂ ਕੋਲ ਖਤ ਲਿਖਣ ਦਾ ਵਕਤ ਹੀ ਨਹੀਂ। ਇਹੀ ਕਾਰਨ ਹੈ ਕਿ ਅਮਰੀਕਨ ਖਤ ਨਹੀਂ ਲਿਖਦੇ, ਟੈਲੀਫੋਨ ਕਰਦੇ ਹਨ। ਸਾਡੇ ਦੇਸ਼ ਦੇ ਦਫ਼ਤਰਾਂ ਵਿੱਚ ਸਪਤਾਹ ਦੇ ਅੰਤਲੇ 2 ਦਿਨ ਛੁੱਟੀ ਤਾਂ ਕਰ ਦਿੱਤੀ ਗਈ ਹੈ, ਪਰ ਉਹਨਾਂ ਦਿਨਾਂ ਨੂੰ ਮਾਣਨ ਦੇ ਸਾਧਨ ਨਾ ਹੋਣ ਕਰਕੇ ਇਹ ਦਿਨ ਆਲਸ ਅਤੇ ਸੁਸਤੀ ਵਿੱਚ ਹੀ ਗੁਜ਼ਰਦੇ ਹਨ। ਸਰੀਰਕ ਸ਼ਕਤੀ ਘੱਟ ਹੋਣ ਕਰਕੇ ਅਸੀਂ ਜਲਦੀ ਥੱਕ ਜਾਂਦੇ ਹਾਂ, ਸੋ ਬਹੁਤੇ ਲੋਕ ਇਹ ਸਮਾਂ ਸੌਂ ਕੇ ਗੁਜ਼ਾਰਦੇ ਹਨ। ਅਸੀਂ ਛੁੱਟੀਆਂ ਮਾਣਨ ਦਾ ਕੋਈ ਢੰਗ ਤਰੀਕਾ ਨਹੀਂ ਲੱਭਿਆ, ਸੋ ਇਹ ਦਿਨ ਕਿਸੇ ਲੇਖੇ ਨਹੀਂ ਲੱਗਦੇ। ਕੰਮ ਤਾਂ ਅਸੀਂ ਬਾਕੀ ਦਿਨ ਵੀ ਨਹੀਂ ਕਰਦੇ, ਪਰ ਇਹਨਾਂ 2 ਦਿਨਾਂ ਵਿੱਚ ਤਾਂ ਅਸੀਂ ਕੰਮ ਵਾਲੀ ਥਾਂ ਵੀ ਨਹੀਂ ਜਾਣਾ ਚਾਹੁੰਦੇ, ਕਿਉਂਕਿ ਸਾਡਾ ਕੰਮ ਨਾਲ ਰਿਸ਼ਤਾ ਨਹੀਂ ਉਸਰਿਆ। ਇਸੇ ਕਰਕੇ ਸਾਡੀਆਂ ਗੱਲਾਂ ਘੱਟ ਤੇ ਚੁਗਲੀਆਂ ਵਧੇਰੇ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਸਾਡੇ ਚਿਹਰਿਆਂ ਉੱਤੇ ਸਾਡੀ ਅੰਦਰਲੀ ਰੌਸ਼ਨੀ ਦੀ ਚਮਕ ਨਹੀਂ ਹੁੰਦੀ। ਇਹ ਚਮਕ ਸੁਰਖੀ ਪਾਊਡਰ ਨਾਲ ਨਹੀਂ, ਕੰਮ ਨਾਲ ਆਉਂਦੀ ਹੈ। ਪਿਤਾ ਜੀ ਕਿਹਾ ਕਰਦੇ ਸਨ ਕਿ ਜਦੋਂ ਕਿਸਾਨ ਦੀ ਸਮੱਸਿਆ ਹੱਲ ਕਰਨ ਲਈ ਮਾਹਿਰ ਖੇਤਾਂ ਵਿੱਚ ਕਿਸਾਨਾਂ ਕੋਲ ਜਾਣ ਲੱਗ ਪੈਣਗੇ ਅਤੇ ਜਦੋਂ ਕਾਰੀਗਰਾਂ ਦੀ ਉਜਰਤ ਦਫ਼ਤਰ ਵਿਚਲੇ ਬਾਬੂਆਂ ਨਾਲੋਂ ਵਧੇਰੇ ਹੋ ਜਾਏਗੀ, ਉਦੋਂ ਹੀ ਅਸੀਂ ਸਾਵੇਂ ਸੰਤੁਲਿਤ ਵਿਕਾਸ ਦੇ ਰਾਹ ਪਾਵਾਂਗੇ। ਮੈਂ ਲੱਖ ਯਤਨ ਕਰ ਲਵਾਂ, ਆਪਣੇ ਦੇਸ਼ ਵਾਸੀਆਂ ਨੂੰ ਵਿਸ਼ਵਾਸ ਨਹੀਂ ਦਿਵਾ ਸਕਦਾ ਕਿ ਅਮਰੀਕਾ ਵਿੱਚ ਇਵੇਂ ਹੁੰਦਾ ਹੈ। ਉੱਥੇ ਬੈਂਕ ਦੇ ਅਫਸਰ ਨਾਲੋਂ ਸੜਕ ਦੀ ਮੁਰੰਮਤ ਕਰਨ ਵਾਲੇ ਮਜ਼ਦੂਰ ਵਧੇਰੇ ਉਜਰਤ ਕਮਾਉਂਦਾ ਹੈ ਅਤੇ ਯੂਨੀਵਰਸਿਟੀ ਦੇ ਪ੍ਰੋਫੈਸਰ ਨਾਲੋਂ ਟਰੱਕ ਡਰਾਈਵਰ ਵਧੇਰੇ ਕਮਾਈ ਕਰਦਾ ਹੈ। ਉੱਥੇ ਗਏ ਕਿਸੇ ਵਿਅਕਤੀ ਸੰਬੰਧੀ ਗੱਲਾਂ ਵਿੱਚ ਤੁਸੀਂ ਆਮ ਸੁਣੋਗੇ ਕਿ ਫਲਾਣਾ ਉੱਥੇ ਝਾੜੂ ਦਿੰਦਾ ਹੈ, ਜਾਂ ਹੋਟਲ ਵਿੱਚ ਪਲੇਟਾਂ ਸਾਫ਼ ਕਰਕੇ ਵੀ ਉਹ ਵਿਅਕਤੀ ਇੱਜ਼ਤ ਅਤੇ ਸਾਰੀਆਂ ਸਹੂਲਤਾਂ ਵਾਲਾ ਜੀਵਨ ਜਿਉਂਦਾ ਹੈ। ਅਸੀਂ ਇੱਕ ਅਜਿਹਾ ਨਿਕੰਮਾ ਪ੍ਰਬੰਧ ਉਸਾਰ ਲਿਆ ਹੈ ਜਿਸ ਵਿੱਚ ਅਸੀਂ ਵਿਹਲੜਾਂ ਅਤੇ ਨਿਕੰਮੇ ਬਾਬੂਆਂ ਨੂੰ ਕਾਮਿਆਂ ਮਜ਼ਦੂਰਾਂ ਦੀ ਕਿਸਮਤ ਦੇ ਫੈਸਲੇ ਕਰਨ ਦਾ ਕੰਮ ਸੌਂਪਿਆ ਹੋਇਆ ਹੈ। ਪਿਤਾ ਜੀ ਕਿਹਾ ਕਰਦੇ ਸਨ ਕਿ ਜੇ ਕੰਮ ਘੱਟ ਹੋਵੇ ਅਤੇ ਸਮਾਂ ਵਧੇਰੇ ਤਾਂ ਇਤਰਾਜ਼ ਲਾਉਣ ਅਤੇ ਨੁਕਸ ਕੱਢਣ ਦੀ ਬਿਰਤੀ ਉਪਜਦੀ ਹੈ। ਸਾਡੇ ਦਫ਼ਤਰਾਂ ਵਿੱਚ ਇਵੇਂ ਹੀ ਹੋ ਰਿਹਾ ਹੈ। ਆਲਸ, ਸੁਸਤੀ, ਢਿੱਲ, ਦੇਰੀ ਆਦਿ ਸਾਡੀ ਪਛਾਣ ਬਣ ਗਏ ਹਨ। ਅਮਰੀਕਾ ਵਿੱਚ ਮੈਂ ਵੇਖਿਆ ਹੈ ਕਿ ਕੰਮ ਦਾ ਕੋਈ ਬਦਲ ਨਹੀਂ ਹੁੰਦਾ। ਕੰਮ ਕੀਤਿਆਂ ਹੀ ਕੰਮ ਮੁੱਕਦੇ ਹਨ। ਕੰਮ ਕਰਨ ਵਾਲੇ ਹੀ ਕਿਸੇ ਦੇ ਕੰਮ ਆ ਸਕਦੇ ਹਨ ਅਤੇ ਪ੍ਰਸੰਨ ਉਹੀ ਹੋ ਸਕਦੇ ਹਨ ਜਿਹੜੇ ਆਪਣਾ ਕੰਮ ਪ੍ਰਸੰਨਤਾ ਨਾਲ ਕਰਦੇ ਹਨ। ਅਮਰੀਕਨਾਂ ਦੀ ਬਹੁਗਿਣਤੀ ਅਕਲ ਦੇ ਪੱਖੋਂ ਬਹੁਤੀ ਉੱਚੀ ਨਹੀਂ, ਪਰ ਜਿਹੜਾ ਵਿਅਕਤੀ ਜਿਹੜਾ ਕੰਮ ਕਰ ਰਿਹਾ ਹੈ ਉਹ ਉਸ ਦਾ ਮਾਹਿਰ ਹੈ। ਸੰਕਟ ਦੀ ਘੜੀ ਵਿੱਚ ਉਹ ਸੰਦ ਲੱਭਣ ਲਈ ਨਹੀਂ ਦੌੜੇਗਾ, ਸੰਦ ਉਸ ਕੋਲ ਹੋਣਗੇ ਅਤੇ ਬੁਲਾਏ ਜਾਣ ਦੇ ਪਹਿਲੇ ਮਿੰਟ ਵਿੱਚ ਹੀ ਉਹ ਇੱਕ ਮਾਹਿਰ ਵਾਂਗ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਿਹਾ ਹੋਵੇਗਾ। ਬਹੁਤੇ ਅਮਰੀਕਨ ਆਪਣੇ ਕੰਮ ਤੋਂ ਸਿਵਾਏ ਕੁਝ ਨਹੀਂ ਜਾਣਦੇ। ਇਹ ਭੁਲੇਖਾ ਹੈ ਕਿ ਅਮਰੀਕਨ ਬਹੁਤ ਪੜ੍ਹਦੇ ਹਨ। ਸੱਚ ਤਾਂ ਇਹ ਹੈ ਕਿ ਬਹੁਤੇ ਘਰਾਂ ਵਿੱਚ ਅਖਬਾਰ ਆਉਂਦੀ ਹੀ ਨਹੀਂ ਅਤੇ ਜਿਨ੍ਹਾਂ ਘਰਾਂ ਵਿੱਚ ਆਉਂਦੀ ਵੀ ਹੈ ਉੱਥੇ ਵੀ ਬਹੁਤੀ ਵਾਰੀ ਖੋਲ੍ਹੀ ਵੀ ਨਹੀਂ ਜਾਂਦੀ। ਉਪਰੋਕਤ ਵਿਹਾਰ ਦਾ ਕਾਰਨ ਉਹਨਾਂ ਦੀ ਕੰਮ ਪ੍ਰਤੀ ਪੂਰੀ ਵਫਾਦਾਰੀ ਹੈ। ਕੰਮ ਨਾਲ ਉਜਰਤ ਜੁੜੀ ਹੋਈ ਹੈ। ਵਿਹਲੜ ਨੂੰ ਕੁਝ ਨਹੀਂ ਮਿਲੇਗਾ, ਸੋ ਹਰੇਕ ਵਿਅਕਤੀ ਦਾ ਧਿਆਨ ਕੰਮ ਵੱਲ ਹੁੰਦਾ ਹੈ, ਕੰਮ ਤੋਂ ਧਿਆਨ ਹਟਾਉਣ ਵਾਲੀਆਂ ਗੱਲਾਂ ਵੱਲ ਨਹੀਂ। 80% ਤੋਂ ਵਧੇਰੇ ਅਮਰੀਕਨ ਵਿਸ਼ਵ ਦੇ ਨਕਸ਼ੇ ਉੱਤੇ ਆਪਣਾ ਦੇਸ਼ ਨਹੀਂ ਲੱਭ ਸਕਦੇ, ਪਰ ਸੰਸਾਰ ਦੇ ਹੋਰ ਦੇਸ਼ਾਂ ਵਿੱਚ ਉਹ ਮਾਹਿਰ ਵਜੋਂ ਬੁਲਾਏ ਜਾਂਦੇ ਹਨ। ਉਹਨਾਂ ਦੀ ਅਗਿਆਨਤਾ ਵੇਖ ਕੇ ਹੈਰਾਨੀ ਹੁੰਦੀ ਹੈ, ਪਰ ਹੁਣ ਮੈਂ ਸੋਚਦਾ ਹਾਂ ਕਿ ਸਾਡੀ ਵਿਦਿਅਕ ਪ੍ਰਣਾਲੀ ਸਾਡੇ ਦਿਮਾਗਾਂ ਵਿੱਚ ਕਦੇ ਵੀ ਕੰਮ ਨਾ ਆਉਣ ਵਾਲੀਆਂ ਸੂਚਨਾਵਾਂ ਤਾਂ ਭਰ ਦਿੰਦੀ ਹੈ, ਪਰ ਸਾਨੂੰ ਕਿਸੇ ਅਮਲੀ ਕੰਮ ਦੇ ਯੋਗ ਨਹੀਂ ਬਣਾਉਂਦੀ। ਭਾਰਤ ਵਿੱਚ ਕਿਸਾਨਾਂ ਦੇ ਟੱਬਰਾਂ ਵਿੱਚੋਂ ਆਏ ਵਿਦਿਆਰਥੀ ਸ਼ਹਿਰਾਂ ਵਾਲੇ ਕਾਲਜਾਂ ਵਿੱਚ ਪੜ੍ਹ ਕੇ ਪਿੰਡ ਵਾਪਸ ਜਾ ਕੇ ਕੰਮ ਕਰਨਾ ਪਸੰਦ ਨਹੀਂ ਕਰਦੇ। ਅਸੀਂ ਦਫ਼ਤਰੀ ਨੌਕਰੀ ਨੂੰ ਅਮਲੀ ਕੰਮ ਤੋਂ ਵਧੇਰੇ ਸਤਿਕਾਰ ਦੇ ਕੇ ਆਪਣੇ ਦੇਸ਼ ਦੇ ਵਿਕਾਸ ਦਾ ਰਾਹ ਰੋਕਿਆ ਹੋਇਆ ਹੈ। ਖੇਤੀਬਾੜੀ ਵਿੱਚ ਮਸ਼ੀਨਾਂ ਦੀ ਵਰਤੋਂ ਵਧਣ ਨਾਲ ਕੰਮ ਕਰਨ ਦੀ ਇਹ ਸੰਗ ਟੁੱਟੇਗੀ ਅਤੇ ਮਨੁੱਖ ਦਾ ਸਤਿਕਾਰ ਉਸ ਦੇ ਅਹੁਦੇ ਤੋਂ ਨਹੀਂ, ਉਸ ਦੀ ਆਮਦਨ ਤੋਂ ਹੋਣ ਲੱਗ ਪਵੇਗਾ। ਇਵੇਂ ਅੰਤ ਨੂੰ ਵਾਪਰਨਾ ਹੈ ਅਤੇ ਕਈ ਖੇਤਰਾਂ ਵਿੱਚ ਵਾਪਰਨ ਲੱਗ ਪਿਆ ਹੈ। ਸਾਡੇ ਦੇਸ਼ ਵਿੱਚ ਸਰਕਾਰੀ ਅਮਲਾ ਲੋਕਾਂ ਦਾ ਸੇਵਕ ਹੋਣ ਦੀ ਥਾਂ ਉਹਨਾਂ ਨੂੰ ਤੰਗ ਕਰਨ ਦਾ ਵਸੀਲਾ ਹੈ। ਇਹ ਅਮਲਾ ਲੋਕਾਂ ਦੇ ਦਿੱਤੇ ਟੈਕਸਾਂ ਵਿੱਚੋਂ ਤਨਖਾਹ ਲੈਂਦਾ ਹੈ, ਸੋ ਇਸ ਦਾ ਜਨਤਾ ਪ੍ਰਤੀ ਵਿਹਾਰ ਸੇਵਕਾਂ ਵਾਲਾ ਹੋਣਾ ਚਾਹੀਦਾ ਹੈ।
ਅਮਰੀਕਾ ਦੀ ਉન્નਤੀ ਦਾ ਇੱਕ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਉੱਥੇ ਇਸਤਰੀਆਂ ਪੁਰਸ਼ਾਂ ਵਾਲੇ ਸਾਰੇ ਕੰਮ ਹੀ ਨਹੀਂ ਸਗੋਂ ਪੁਰਸ਼ਾਂ ਦੇ ਮੁਕਾਬਲੇ ਵਧੇਰੇ ਕੰਮ ਕਰ ਸਕਦੀਆਂ ਹਨ ਅਤੇ ਕਰਦੀਆਂ ਵੀ ਹਨ। ਅਤੇ ਰੇਲਾਂ, ਗੱਡੀਆਂ, ਬੱਸਾਂ, ਟਰੱਕ, ਟੈਕਸੀਆਂ ਆਦਿ ਤਾਂ ਇਸਤਰੀਆਂ ਚਲਾਉਂਦੀਆਂ ਹੀ ਹਨ। ਮੈਂ ਨਿਊਯਾਰਕ ਵਿੱਚ ਇੱਕ 20 ਮੰਜ਼ਲੀ ਇਮਾਰਤ ਦੀ ਚੌਕੀਦਾਰ ਇੱਕ ਇਸਤਰੀ ਵੇਖੀ। ਉਹਨਾਂ ਨੇ ਸਾਰੇ ਦੇਸ਼ ਵਿੱਚ ਕੰਮ ਨੂੰ ਇੰਜ ਵਿਉਂਤਿਆ ਹੋਇਆ ਹੈ ਕਿ ਇਸਤਰੀ ਅਤੇ ਪੁਰਸ਼ ਦੋਵੇਂ ਹਰ ਪ੍ਰਕਾਰ ਦੇ ਕੰਮ ਕਰ ਸਕਦੇ ਹਨ। ਮੈਂ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਇੱਕ ਇਸਤਰੀ ਪ੍ਰੋਫੈਸਰ ਨੂੰ ਪੁੱਛਿਆ ਕਿ ਅਜੇ ਤੱਕ ਅਮਰੀਕਾ ਵਿੱਚ ਕਿਸੇ ਇਸਤਰੀ ਨੂੰ ਰਾਸ਼ਟਰਪਤੀ ਕਿਉਂ ਨਹੀਂ ਚੁਣਿਆ ਗਿਆ, ਤਾਂ ਉਸਨੇ ਹੱਸ ਕੇ ਉੱਤਰ ਦਿੱਤਾ ਕਿ ਇਸ ਦਾ ਕਾਰਨ ਇਹ ਨਹੀਂ ਕਿ ਕੋਈ ਇਸਤਰੀ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ, ਸਗੋਂ ਇਹ ਹੈ ਕਿ ਕਿਸੇ ਇਸਤਰੀ ਨੂੰ ਰਾਸ਼ਟਰਪਤੀ ਹੋਣਾ ਪਸੰਦ ਨਹੀਂ, ਕਿਉਂਕਿ ਉਹ ਰਾਸ਼ਟਰਪਤੀ ਦੀ ਪਤਨੀ ਵਜੋਂ ਵਧੇਰੇ ਖੁਸ਼ ਰਹਿੰਦੀ ਹੈ, ਕਿਉਂਕਿ ਉਹ ਆਪਣੇ ਪਤੀ ਨੂੰ ਚਲਾਉਂਦੀ ਹੈ ਅਤੇ ਉਸ ਦਾ ਪਤੀ ਅਮਰੀਕਾ ਨੂੰ ਚਲਾਉਂਦਾ ਹੈ। ਇੱਕ ਹੋਰ ਨੇ ਹੱਸਦਿਆਂ ਦੱਸਿਆ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਘੱਟੋ ਘੱਟ ਉਮਰ 35 ਵਰ੍ਹੇ ਚਾਹੀਦੀ ਹੈ, ਪਰ ਕੋਈ ਵੀ ਇਸਤਰੀ ਮੰਨਣ ਲਈ ਤਿਆਰ ਨਹੀਂ ਕਿ ਉਹ 35 ਵਰ੍ਹੇ ਦੀ ਹੋ ਗਈ ਹੈ, ਅਤੇ ਜੇ ਇਸਤਰੀ ਨੇ ਇਹ ਮੰਨ ਲਿਆ ਤਾਂ ਪੁਰਸ਼ ਉਸ ਨੂੰ ਵੋਟ ਨਹੀਂ ਪਾਉਣਗੇ, ਕਿਉਂਕਿ ਉਹ 35 ਵਰ੍ਹੇ ਤੋਂ ਅੱਧੀ ਉਮਰ ਵਾਲੀ ਇਸਤਰੀ ਨੂੰ ਹੀ ਪਸੰਦ ਕਰਦੇ ਹਨ। ਨਿਰਸੰਦੇਹ ਅਮਰੀਕਾ ਦੀ ਆਬਾਦੀ ਦੀ 3/4 ਤੋਂ ਵੀ ਵਧੇਰੇ ਗਿਣਤੀ ਦਾ ਮਾਨਸਿਕ ਪੱਧਰ ਉੱਚਾ ਨਹੀਂ, ਪਰ ਇਸ ਦੇ ਬਾਵਜੂਦ ਇਹ ਦੇਸ਼ ਇਤਨਾ ਖੁਸ਼ਹਾਲ ਅਤੇ ਅਮੀਰ ਕਿਉਂ ਹੈ? ਇਸ ਦਾ ਉੱਤਰ ਅਮਰੀਕਾ ਵਿੱਚ ਘੁੰਮ ਕੇ ਹੀ ਸਮਝਿਆ ਜਾ ਸਕਦਾ ਹੈ। ਅਮਰੀਕਾ ਨੂੰ ਕੁਝ ਵੱਡੀਆਂ ਕੰਪਨੀਆਂ ਅਤੇ ਆਪਣੇ ਖੇਤਰਾਂ ਦੇ ਮਾਹਿਰ ਅਤੇ ਚੁਸਤ ਲੋਕ ਚਲਾ ਰਹੇ ਹਨ। ਅਮਰੀਕਾ ਦੀ ਬਹੁਤੀ ਆਬਾਦੀ ਇਹਨਾਂ ਮੁੱਠੀ ਭਰ ਸਿਆਣਿਆਂ ਅਤੇ ਮਾਹਿਰਾਂ ਦੀਆਂ ਨੀਤੀਆਂ ਅਤੇ ਫੈਸਲਿਆਂ ਨੂੰ ਅਮਲ ਵਿੱਚ ਲਿਆਉਣ ਵਿੱਚ ਲੱਗੀ ਹੋਈ ਹੈ। ਅਮਰੀਕਨ ਬਹੁਤੇ ਸਿਆਣੇ ਨਹੀਂ, ਪਰ ਸੰਪੂਰਨ ਭਾਂਤ ਜ਼ਿੰਮੇਵਾਰ ਅਤੇ ਆਪਣੇ ਨਿਰਧਾਰਤ ਕੰਮ ਪ੍ਰਤੀ ਵਫ਼ਾਦਾਰ ਹਨ, ਅਤੇ ਸਾਰੇ ਬਿਨਾਂ ਕਿਸੇ ਨਿਗਰਾਨੀ ਦੇ ਆਪਣਾ ਕੰਮ ਕਰਦੇ ਹਨ ਅਤੇ ਕੰਮ ਨੂੰ ਪੂਰਾ ਕਰਦੇ ਹਨ। ਅਮਰੀਕਾ ਵਿੱਚ ਕੰਮ ਉੱਤੇ ਕਿਸੇ ਵਿਅਕਤੀ ਨੂੰ ਲਾਉਣ ਸਮੇਂ ਉਸ ਦੀਆਂ ਡਿਗਰੀਆਂ ਨਹੀਂ ਵੇਖੀਆਂ ਜਾਂਦੀਆਂ। ਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਉਸ ਨੂੰ ਸਭ ਤੋਂ ਪਹਿਲਾਂ ਕੰਮ ਮੂੰਹ ਉੱਤੇ ਲਾਉਣ ਵਾਲੀ ਕਰੀਮ ਲਈ ਡੱਬੀਆਂ ਬਣਾਉਣ ਦਾ ਮਿਲਿਆ। ਜਦੋਂ ਗੱਲਬਾਤ ਕਰਕੇ ਉਸ ਨੂੰ ਚੁਣ ਲਿਆ ਗਿਆ ਤਾਂ ਮਾਲਕ ਉਸ ਨੂੰ ਇੱਕ ਮਸ਼ੀਨ ਕੋਲ ਲੈ ਗਿਆ ਅਤੇ ਕਹਿਣ ਲੱਗਾ ਕਿ ਇਹ ਮਸ਼ੀਨ 1 ਘੰਟੇ ਵਿੱਚ 160 ਡੱਬੀਆਂ ਬਣਾਉਂਦੀ ਹੈ, ਜਦੋਂ ਕਿ ਉਸ ਨੇ ਇੱਕ ਦਿਹਾੜੀ ਵਿੱਚ 150 ਡੱਬੀਆਂ ਪ੍ਰਤੀ ਘੰਟੇ ਦੇ ਹਿਸਾਬ ਨਾਲ ਹਰ ਰੋਜ਼ 1200 ਡੱਬੀਆਂ ਬਣਾ ਕੇ ਦੇਣੀਆਂ ਹਨ। ਉਸ ਦਾ ਕੋਈ ਨਿਗਰਾਨ ਨਹੀਂ ਹੋਵੇਗਾ ਅਤੇ ਵਾਧੂ ਲਾਏ ਸਮੇਂ ਦੇ ਪੈਸੇ ਨਹੀਂ ਮਿਲਣਗੇ। ਉਹ 1200 ਡੱਬੀਆਂ ਬਣਾ ਕੇ ਛੁੱਟੀ ਕਰੇਗਾ। ਅਜਿਹੀ ਹਾਲਤ ਵਿੱਚ ਮੇਰੇ ਮਿੱਤਰ ਲਈ ਉਹ ਮਸ਼ੀਨ ਉਸ ਦਾ ਮੱਕਾ ਮਦੀਨਾ ਬਣ ਗਈ ਅਤੇ ਡੱਬੀਆਂ ਉਸ ਦੀ ਮਾਲਾ ਦੇ ਮਣਕੇ। ਇਹ ਉੱਥੇ ਕੰਮ ਕਰਨ ਦੀ ਅਤੇ ਕੰਮ ਲੈਣ ਦੀ ਇੱਕ ਸਧਾਰਨ ਉਦਾਹਰਣ ਹੈ। ਕੰਮ ਤੋਂ ਬਾਅਦ ਕਿਸੇ ਵਿਅਕਤੀ ਵਿੱਚ ਇਤਨੀ ਸਮਰੱਥਾ ਹੀ ਨਹੀਂ ਹੁੰਦੀ ਕਿ ਉਹ ਕੁਝ ਹੋਰ ਕਰ ਸਕੇ, ਪਰ ਅਮਰੀਕਾ ਵਿੱਚ ਕੋਈ ਵੀ ਵਿਅਕਤੀ ਕੇਵਲ 8 ਘੰਟੇ ਕੰਮ ਕਰਕੇ ਸੌਖਾ ਜੀਵਨ ਨਹੀਂ ਗੁਜ਼ਾਰ ਸਕਦਾ। ਆਰੰਭ ਵਿੱਚ ਚੰਗੇਰੀ ਉਜਰਤ ਪ੍ਰਾਪਤ ਕਰਨ ਲਈ ਉੱਥੇ ਲਗਭਗ ਹਰ ਵਿਅਕਤੀ ਨੂੰ ਕੰਮ ਉੱਪਰ ਲੱਗਣ ਲਈ ਕੋਈ ਸਿਖਲਾਈ ਲੈਣੀ ਪੈਂਦੀ ਹੈ। ਸਪਸ਼ਟ ਹੈ ਕਿ ਉੱਥੇ ਜੀਵਨ ਬੜਾ ਮੁਸ਼ੱਕਤ ਭਰਿਆ ਹੈ। ਮੈਨੂੰ ਸਧਾਰਨ ਅਮਰੀਕਨਾਂ ਦੇ ਸਾਊ ਹੋਣ ਦਾ ਵੀ ਕਾਰਨ ਇਹ ਪ੍ਰਤੀਤ ਹੋਇਆ ਹੈ ਕਿ ਕੰਮ ਵਿੱਚ ਰੁੱਝਿਆ ਅਤੇ ਕੰਮ ਦਾ ਥਕਾਇਆ ਵਿਅਕਤੀ ਬੜਾ ਸਾਊ, ਭੋਲਾ, ਪਿਆਰਾ ਅਤੇ ਸੁੰਦਰ ਪ੍ਰਤੀਤ ਹੁੰਦਾ ਹੈ ਅਤੇ ਉਸ ਦੀ ਜੀਵਨ ਪ੍ਰਤੀ ਪਹੁੰਚ ਹਾਂ ਪੱਖੀ ਹੋ ਜਾਂਦੀ ਹੈ। ਸਾਡੇ ਦੇਸ਼ ਵਿੱਚ ਮੁਸ਼ਕਿਲ ਇਹ ਬਣੀ ਹੋਈ ਹੈ ਕਿ ਸਾਰੇ ਬੰਦੇ ਕੇਵਲ ਦਫ਼ਤਰੀ ਅਤੇ ਅਣਉਪਜਾਊ ਕੰਮ ਕਰਨਾ ਚਾਹੁੰਦੇ ਹਨ। ਜੇ ਲੋਕਾਂ ਨੂੰ ਕਿਹਾ ਜਾਵੇ ਕਿ ਇੱਕ ਪਾਸੇ ਪਈਆਂ ਇੱਟਾਂ ਨੂੰ ਦੂਜੇ ਪਾਸੇ ਸੁੱਟੀ ਜਾਵੋ ਅਤੇ ਦੂਜੇ ਪਾਸੇ ਦੇ ਲੋਕਾਂ ਨੂੰ ਕਿਹਾ ਜਾਵੇ ਕਿ ਉਹ ਇੱਟਾਂ ਵਾਪਸ ਸੁੱਟੀ ਜਾਣ, ਤਾਂ ਉਹ ਤੁਹਾਡੇ ਵੱਲ ਹੈਰਾਨੀ ਨਾਲ ਵੇਖਣਗੇ, ਪਰ ਫਾਈਲਾਂ ਨਾਲ ਵੀ ਤਾਂ ਇਵੇਂ ਹੀ ਕੀਤਾ ਜਾ ਰਿਹਾ ਹੈ। ਸਾਡੇ ਦੇਸ਼ ਵਿੱਚ ਨੇਮ ਬੰਦਿਆਂ ਅਨੁਸਾਰ ਨਹੀਂ ਬਣਾਏ ਜਾ ਰਹੇ, ਬੰਦੇ ਨੇਮਾਂ ਦੀ ਬਲੀ ਚੜਾਏ ਜਾ ਰਹੇ ਹਨ। ਇਹ ਸਾਡੀ ਬਦਕਿਸਮਤੀ ਹੈ ਕਿ ਸਾਡੇ ਦੇਸ਼ ਵਿੱਚ ਬੰਦਿਆਂ ਨਾਲੋਂ ਫਾਈਲਾਂ ਵਧੇਰੇ ਮਹੱਤਵਪੂਰਨ ਹਨ। ਪਿਤਾ ਜੀ ਕਿਹਾ ਕਰਦੇ ਸਨ ਕਿ ਸਾਡੇ ਦੇਸ਼ ਵਿੱਚ ਹਰ ਵਿਅਕਤੀ ਆਪਣੀ ਅਯੋਗਤਾ ਦੀ ਪੱਧਰ ਤੱਕ ਤਰੱਕੀ ਕਰਨੀ ਚਾਹੁੰਦਾ ਹੈ। ਇਸ ਸਿਧਾਂਤ ਦੇ ਅਰਥ ਇਹ ਹਨ ਕਿ ਹਰ ਵਿਅਕਤੀ ਉਸ ਪਦਵੀ ਲਈ ਤਾਂਘ ਰਿਹਾ ਹੈ ਜਿਸ ਦੇ ਉਹ ਯੋਗ ਹੀ ਨਹੀਂ। ਉਸ ਪਦਵੀ ਉੱਤੇ ਲੱਗਿਆ ਵਿਅਕਤੀ ਆਪਣੀ ਅਯੋਗਤਾ ਛੁਪਾਉਣ ਲਈ ਚਲਿੱਤਰ ਕਰਨ ਲੱਗ ਪੈਂਦਾ ਹੈ, ਧੜੇਬੰਦੀ ਵਿੱਚ ਪੈ ਜਾਂਦਾ ਹੈ, ਚਾਲਾਂ ਚੱਲਣ ਲੱਗ ਪੈਂਦਾ ਹੈ। ਇਹ ਸਭ ਯਤਨ ਉਸ ਵੱਲੋਂ ਆਪਣੀ ਅਯੋਗਤਾ ਛੁਪਾਉਣ ਦੇ ਉਪਰਾਲੇ ਹੁੰਦੇ ਹਨ। ਸਾਡੇ ਦੇਸ਼ ਵਿੱਚ ਕੰਮ ਨਾ ਕਰਨ ਦਾ ਇੱਕ ਹੋਰ ਢੰਗ ਪ੍ਰਚਲਿਤ ਹੋ ਰਿਹਾ ਹੈ। ਕੰਮ ਨੂੰ ਇਸ ਢੰਗ ਨਾਲ ਉਲਝਾਇਆ ਜਾਂਦਾ ਹੈ ਤਾਂ ਕਿ ਉਲਝਾਉਣ ਵਾਲਾ ਵਿਅਕਤੀ ਹੀ ਉਸ ਨੂੰ ਸੁਲਝਾ ਸਕੇ। ਮੁਕੱਦਮੇਬਾਜ਼ੀ ਨੂੰ ਇਸ ਹੱਦ ਤੱਕ ਗੁੰਝਲਦਾਰ ਬਣਾਇਆ ਜਾ ਚੁੱਕਾ ਹੈ ਕਿ ਜੇ ਕੋਈ ਚਾਹਵੇ ਤਾਂ ਮੁਕੱਦਮਾ 700 ਵਰ੍ਹੇ ਲਮਕਾ ਸਕਦਾ ਹੈ।
ਸਾਡੀਆਂ ਸੜਕਾਂ ਉੱਤੇ ਨਿੱਤ ਉਸਾਰੇ ਜਾ ਰਹੇ ਸਪੀਡ ਬ੍ਰੇਕਰ ਦੁਰਘਟਨਾਵਾਂ ਨੂੰ ਘਟਾਉਣ ਦੀ ਥਾਂ ਵਧਾਉਣ ਦਾ ਕੰਮ ਕਰ ਰਹੇ ਹਨ। ਇਹ ਸਪੀਡ ਬ੍ਰੇਕਰ ਸਾਡੀ ਵਿਘਨ ਪਾਊ ਅਟਕਾਊ ਸੋਚ ਦੇ ਪ੍ਰਤੀਕ ਹਨ। ਆਪਣੇ ਦੇਸ਼ ਨੂੰ ਵਿਕਾਸ ਦੀ ਸ਼ਾਹਰਾਹ ਉੱਤੇ ਲੈ ਜਾਣ ਲਈ ਇਹ ਸਭ ਕੁਝ ਢਾਉਣਾ ਪਵੇਗਾ। ਮੇਰਾ ਵਿਸ਼ਵਾਸ ਹੈ ਕਿ ਜਦੋਂ ਸਾਡੀ ਸੋਚ ਸਿੱਧੀ ਹੋ ਜਾਵੇਗੀ ਤਾਂ ਸਾਡੀਆਂ ਸੜਕਾਂ ਗਲੀਆਂ ਆਦਿ ਵੀ ਸਿੱਧੀਆਂ ਹੋ ਜਾਣਗੀਆਂ। ਸਾਡੀਆਂ ਸੜਕਾਂ ਉੱਤੇ ਚੁੰਗੀਆਂ ਫਾਟਕ ਅਤੇ ਹੋਰ ਪਾਬੰਦੀਆਂ ਸਾਡੀ ਜੀਵਨ ਤੋਰ ਦੇ ਰਾਹ ਵਿੱਚ ਰੁਕਾਵਟਾਂ ਹਨ। ਜਦੋਂ ਅਸੀਂ ਖੁਸ਼ਹਾਲ ਹੋ ਜਾਵਾਂਗੇ ਤਾਂ ਅਮਰੀਕਾ ਵਾਂਗ ਹੀ ਅਸੀਂ ਵੀ ਲੰਮੀਆਂ ਖੁੱਲੀਆਂ ਸੜਕਾਂ ਉੱਤੇ ਬੇਰੋਕ ਲੰਮੇ ਪੈਂਡਿਆਂ ਉੱਤੇ ਨਿਕਲ ਸਕਾਂਗੇ। ਖੁਸ਼ਹਾਲੀ ਰੁਕਾਵਟ ਵਿਰੋਧੀ ਹੁੰਦੀ ਹੈ ਅਤੇ ਖੁਸ਼ਹਾਲੀ ਸਭ ਪ੍ਰਕਾਰ ਦੀਆਂ ਰੁਕਾਵਟਾਂ ਦੂਰ ਕਰਨ ਉਪਰੰਤ ਹੀ ਸੰਭਵ ਹੁੰਦੀ ਹੈ। ਪਿਤਾ ਜੀ ਕਿਹਾ ਕਰਦੇ ਸਨ ਕਿ ਕਿਸੇ ਕਾਰੀਗਰ ਦੀ ਆਪਣੇ ਕੰਮ ਪ੍ਰਤੀ ਰੁਚੀ ਵੇਖਣੀ ਹੋਵੇ ਤਾਂ ਉਸ ਦੀ ਆਪਣੇ ਸੰਦਾਂ ਪ੍ਰਤੀ ਬਿਰਤੀ ਵੇਖੋ। ਅਮਰੀਕਾ ਵਿੱਚ ਕੰਮ ਦੇ ਤੇਜ਼ ਹੋਣ ਦਾ ਕਾਰਨ ਉੱਥੇ ਸਭ ਪ੍ਰਕਾਰ ਦੇ ਸੰਦਾਂ ਦੀ ਸੌਖੀ ਸੁਖਾਲੀ ਅਤੇ ਸਸਤੀ ਹੋਂਦ ਹੈ। ਕਾਰਾਂ ਦੀਆਂ ਰੇਸਾਂ ਵਿੱਚ ਇੱਕ ਕਾਰ ਵਿੱਚ ਪੈਟਰੋਲ ਪਾਉਣ ਅਤੇ ਉਸ ਦੇ 4 ਪਹੀਏ ਬਦਲਣ ਦਾ ਕੰਮ 16 ਸਕਿੰਟਾਂ ਵਿੱਚ ਕਰ ਦਿੱਤਾ ਜਾਂਦਾ ਹੈ। ਜਿਸ ਫੁਰਤੀ ਨਾਲ ਉਹ ਲੋਕ ਕੰਮ ਕਰਦੇ ਹਨ ਉਸ ਨੂੰ ਵੇਖ ਕੇ ਉਹਨਾਂ ਦੀ ਕਾਰੀਗਰੀ ਤੋਂ ਬਲਿਹਾਰ ਹੋਏ ਬਿਨਾਂ ਨਹੀਂ ਰਿਹਾ ਜਾ ਸਕਦਾ। ਨਿਕੰਮੇ ਵਿਅਕਤੀ ਅਮਰੀਕਾ ਵਿੱਚ ਵੀ ਹਨ, ਪਰ ਜੋ ਉਹਨਾਂ ਦੀ ਦੁਰਗਤ ਹੁੰਦੀ ਹੈ ਉਹ ਵੇਖਣ ਵਾਲੀ ਹੁੰਦੀ ਹੈ। ਜਿੱਥੇ ਸਾਰੇ ਆਪਣੇ ਕੰਮਾਂ ਵਿੱਚ ਰੁੱਝੇ ਹੋਣ ਉੱਥੇ ਨਿਕੰਮਾ ਹੋਣਾ ਬੜਾ ਮੁਸ਼ਕਲ ਹੁੰਦਾ ਹੈ। ਇਹੀ ਕਾਰਨ ਹੈ ਕਿ ਸੰਸਾਰ ਭਰ ਦੇ ਨਿਕੰਮੇ ਅਮਰੀਕਾ ਪਹੁੰਚ ਕੇ ਬੜੇ ਮਿਹਨਤੀ ਅਤੇ ਕੰਮ ਦੇ ਬੰਦੇ ਬਣ ਜਾਂਦੇ ਹਨ। ਅਮਰੀਕਾ ਵਿੱਚ ਕੰਮ ਅਤੇ ਵਪਾਰ ਦੇ ਖੇਤਰ ਦਾ ਇਹ ਅਸੂਲ ਹੈ ਕਿ ਜੇ 2 ਵਿਅਕਤੀ ਇੱਕੋ ਕੰਮ ਕਰਦੇ ਹਨ ਤਾਂ ਸਮਝ ਲਵੋ ਉਹਨਾਂ ਵਿੱਚੋਂ ਇੱਕ ਫਾਲਤੂ ਹੈ। ਉੱਥੇ ਫਾਲਤੂ ਵਿਅਕਤੀ ਕਿਧਰੇ ਨਹੀਂ ਮਿਲੇਗਾ। ਜੇ ਲਾਇਬ੍ਰੇਰੀ ਵਿੱਚ ਇੱਕ ਵਿਅਕਤੀ ਕਿਤਾਬਾਂ ਲੈਣ ਦੇਣ ਦਾ ਕੰਮ ਕਰ ਰਿਹਾ ਹੈ ਤਾਂ ਕੰਮ ਮੁੱਕਣ ਤੋਂ ਬਾਅਦ ਉਹ ਸ਼ੈਲਫਾਂ ਵਿੱਚ ਕਿਤਾਬਾਂ ਠੀਕ ਕਰਨ ਲੱਗ ਪਵੇਗਾ। ਇਹ ਕੰਮ ਮੁਕਾ ਕੇ ਉਹ ਸਾਫ਼ ਸਫਾਈ ਵਿੱਚ ਰੁੱਝ ਜਾਵੇਗਾ, ਪਰ ਉਹ ਵਿਹਲਾ ਕਦੇ ਨਹੀਂ ਹੋਵੇਗਾ। ਕੰਮ ਦੇ ਸੰਬੰਧ ਵਿੱਚ ਅਮਰੀਕਾ ਵਿੱਚ ਜਿਹੜੀ ਗੱਲ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਉਹ ਇਹ ਕਿ ਕੰਮ ਵਾਲੀਆਂ ਥਾਵਾਂ ਦਾ ਵਾਤਾਵਰਣ ਹੀ ਅਜਿਹਾ ਹੁੰਦਾ ਹੈ ਕਿ ਕੰਮ ਕਰਨ ਨੂੰ ਮੱਲੋ ਮੱਲੀ ਦਿਲ ਕਰਦਾ ਹੈ। ਅਨੇਕਾਂ ਵਿਅਕਤੀ ਜਿਹੜੇ ਸਾਡੇ ਸ਼ਹਿਰਾਂ ਵਿੱਚ ਵੀ ਕੰਮ ਕਰਨ ਲਈ ਤਿਆਰ ਨਹੀਂ, ਉਹ ਉੱਥੇ ਛੋਟੇ-ਛੋਟੇ ਪਿੰਡਾਂ ਵਿੱਚ ਵੀ ਖੁਸ਼ੀ-ਖੁਸ਼ੀ ਕੰਮ ਕਰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉੱਥੇ ਪਿੰਡ ਜੀਵਨ ਦੀ ਕਲਾ ਦੇ ਨਮੂਨੇ ਹਨ। ਸਾਡੇ ਦੇਸ਼ ਵਿੱਚ ਜਿੱਥੇ ਲੋਕ ਫਲੈਟਾਂ ਵਿੱਚ ਰਹਿੰਦੇ ਹਨ ਉੱਥੇ ਲਾਂਘਾ ਸਫਾਈ ਲਈ ਨਿਰੰਤਰ ਤਰਸਦਾ ਰਹਿੰਦਾ ਹੈ, ਪਰ ਲਾਂਘੇ ਦੀ ਸਫਾਈ ਕੋਈ ਨਹੀਂ ਕਰਦਾ। ਪਿਤਾ ਜੀ ਕਿਹਾ ਕਰਦੇ ਸਨ ਕਿ ਸਾਂਝੇ ਬਾਪ ਨੂੰ ਕੋਈ ਨਹੀਂ ਰੋਂਦਾ। ਅਮਰੀਕਾ ਵਿੱਚ ਕੰਮ ਕੀਤੇ ਬਿਨਾਂ ਕੋਈ ਵਿਅਕਤੀ 1 ਮਹੀਨਾ ਵੀ ਜਿਉਂਦਾ ਨਹੀਂ ਰਹਿ ਸਕਦਾ। ਕੰਮ ਨਾ ਕਰਨ ਦੀ ਸੂਰਤ ਵਿੱਚ ਉਸ ਦਾ ਸਭ ਕੁਝ ਵਿਕ ਜਾਵੇਗਾ, ਸਭ ਕੁਝ ਖੁੱਸ ਜਾਵੇਗਾ। ਅਮਰੀਕਾ ਵਿੱਚ ਵੀ ਵਿਰਲੇ ਹੀ ਹਨ ਜਿਨ੍ਹਾਂ ਨੂੰ ਆਪਣੀ ਮਰਜ਼ੀ ਜਾਂ ਦਿਲਚਸਪੀ ਅਨੁਸਾਰ ਕੰਮ ਮਿਲਦਾ ਹੈ, ਪਰ ਕੰਮ ਕੋਈ ਵੀ ਹੋਵੇ ਉਸ ਨਾਲ ਆਮਦਨ ਜੁੜੀ ਹੁੰਦੀ ਹੈ, ਸੋ ਆਮਦਨ ਹੀ ਕੰਮ ਨੂੰ ਦਿਲਚਸਪ ਬਣਾਉਂਦੀ ਹੈ। ਯੂਨੀਵਰਸਿਟੀ ਦਾ ਪੜ੍ਹਿਆ ਲਿਖਿਆ ਇੱਕ ਵਿਅਕਤੀ ਮਿਲਿਆ। ਉਹ ਟਰੱਕ ਚਲਾਉਂਦਾ ਸੀ। ਉਸ ਦੀ ਪਤਨੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੀ ਸੀ। ਉਸ ਨੇ ਦੱਸਿਆ ਕਿ ਉਸ ਦਾ ਮਨਭਾਉਂਦਾ ਕੰਮ ਡਾਕਖਾਨੇ ਦਾ ਹੈ, ਪਰ ਉੱਥੇ ਆਮਦਨ ਘੱਟ ਹੈ, ਸੋ ਉਹ ਤਿਗਣੀ ਆਮਦਨ ਵਾਲਾ ਟਰੱਕ ਚਲਾਉਣ ਦਾ ਕੰਮ ਕਰਦਾ ਹੈ। ਅਮਰੀਕਾ ਵਿੱਚ ਡਾਕੀਏ ਜੀਪ ਉੱਤੇ ਡਾਕ ਵੰਡਦੇ ਹਨ। ਅਮਰੀਕਾ ਵਿੱਚ ਹਰ ਸਿਪਾਹੀ ਨੂੰ ਕਾਰ ਮਿਲਦੀ ਹੈ। ਅਮਰੀਕਨਾਂ ਨੂੰ ਕਿਸੇ ਵੀ ਚੀਜ਼ ਨਾਲ ਚਿਮੜੇ ਰਹਿਣ ਦੀ ਆਦਤ ਨਹੀਂ। ਉਹ ਹਰ ਖੇਤਰ ਵਿੱਚ ਨਵੀਨਤਾ ਅਤੇ ਵੰਨ-ਸੁਵੰਨਤਾ ਦੇ ਚਾਹਵਾਨ ਹਨ। ਵਧੇਰੇ ਉਜਰਤ ਵਾਲਾ ਕੰਮ ਮਿਲਣ ਉੱਤੇ ਉਹ ਸਹਿਜੇ ਹੀ ਨਵੀਂ ਥਾਂ ਉੱਤੇ ਚਲੇ ਜਾਂਦੇ ਹਨ। ਇਹ ਆਉਣ ਜਾਣ ਬਣਿਆ ਰਹਿੰਦਾ ਹੈ ਅਤੇ ਜ਼ਿੰਦਗੀ ਦੇ ਪਾਣੀ ਗੰਧਲੇ ਨਹੀਂ ਹੁੰਦੇ। ਅਮਰੀਕਾ ਵਿੱਚ ਕੰਮ ਵਧੇਰੇ ਹਨ, ਬੰਦੇ ਘੱਟ ਹਨ, ਸੋ ਕਿਸੇ ਕੰਮ ਦੇ ਮਾਹਿਰ ਨੂੰ ਬੇਰੁਜ਼ਗਾਰ ਹੋਣ ਦਾ ਡਰ ਨਹੀਂ। ਅਮਰੀਕਾ ਵਿੱਚ ਹਰ ਵਿਅਕਤੀ ਜੀਵਨ ਵਿੱਚ 20 ਕੁ ਵੱਖ-ਵੱਖ ਕੰਮ ਜਾਂ ਵੱਖ-ਵੱਖ ਥਾਵਾਂ 'ਤੇ ਕੰਮ ਕਰਦਾ ਹੈ। ਉੱਥੇ ਹਰ ਵਿਅਕਤੀ ਨੂੰ ਕੰਮ ਕਰਨਾ ਪੈਂਦਾ ਹੈ। ਰਾਸ਼ਟਰਪਤੀ ਦੇ ਧੀ ਪੁੱਤਰ ਨੂੰ ਵੀ ਕੰਮ ਕਰਨਾ ਪੈਂਦਾ ਹੈ। ਕਿਸੇ ਰਾਸ਼ਟਰਪਤੀ ਦੇ ਬੱਚੇ ਉਸ ਕੋਲ ਨਹੀਂ ਰਹਿੰਦੇ, ਉਹ ਆਪੋ ਆਪਣੀ ਥਾਂ ਕੰਮ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਨਕਸ਼ੇ ਉਹ ਆਪ ਉਲੀਕਦੇ ਹਨ। ਮੇਰੇ ਇੱਕ ਵਾਕਫ ਹਨ, ਉਹ ਕਿਹਾ ਕਰਦੇ ਹਨ ਕਿ ਬਹੁਤ ਕਮਾ ਲਿਆ ਹੈ ਅਤੇ 7 ਪੁਸ਼ਤਾਂ ਵੀ ਵਿਹਲੀਆਂ ਬਹਿ ਕੇ ਖਾਂਦੀਆਂ ਰਹਿਣ ਤਾਂ ਵੀ ਨਹੀਂ ਮੁੱਕਦਾ। ਇਵੇਂ ਵਿਹਲੇ ਬਹਿ ਕੇ ਖਾਣਾ ਸਾਡਾ ਆਦਰਸ਼ ਹੈ। ਅਨੁਭਵ ਦੇ ਪੱਖੋਂ ਸਾਡੀ ਕੰਗਾਲੀ ਦਾ ਇਹੀ ਕਾਰਨ ਹੈ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਸਾਡੀ ਜੀਵਨ ਖੇਡ ਦੁੱਕੀਆਂ ਤਿੱਕੀਆਂ ਤੋਂ ਅੱਗੇ ਕਿਉਂ ਨਹੀਂ ਵੱਧਦੀ। ਕਾਰਨ ਇਹ ਹੈ ਕਿ ਅਸੀਂ ਛੋਟੀਆਂ ਪ੍ਰਾਪਤੀਆਂ ਅਤੇ ਨਿੱਕੀਆਂ ਜਿੱਤਾਂ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਾਂ। ਅਸੀਂ ਠੀਕ ਢੰਗ ਨਾਲ ਨਾ ਕੰਮ ਕਰਦੇ ਹਾਂ, ਨਾ ਜੀਵਨ ਮਾਣਦੇ ਹਾਂ।
ਸ਼ਾਇਦ ਕੰਮ ਨਾ ਕਰਨ ਦਾ ਹੀ ਪਾਪ ਹੈ ਜਿਹੜਾ ਬਖਸ਼ਵਾਉਣ ਵਿੱਚ ਅਸੀਂ ਨਿੱਤ ਅਰਦਾਸਾਂ ਕਰਦੇ ਹਾਂ। ਅਮਰੀਕਾ ਨੂੰ ਵੇਖ ਕੇ ਭਾਰਤ ਦੀ ਗਰੀਬੀ ਹੈਰਾਨ ਨਹੀਂ ਕਰਦੀ। ਅਸੀਂ ਜਿਤਨਾ ਕੁ ਕੰਮ ਕਰਦੇ ਹਾਂ ਉਤਨੇ ਕੁ ਹੀ ਖੁਸ਼ਹਾਲ ਹਾਂ। ਅਮਰੀਕਾ ਵਿੱਚ ਲੋਕਾਂ ਨੂੰ ਕੰਮ ਕਰਦਿਆਂ ਵੇਖ ਕੇ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੋਈ ਕਿ ਉੱਥੇ ਉਪਜਾਊ ਕੰਮ ਵਿੱਚ ਲੱਗੇ ਵਿਅਕਤੀਆਂ ਦਾ ਮਾਣ ਸਤਿਕਾਰ ਹੀ ਵਧੇਰੇ ਨਹੀਂ, ਸਗੋਂ ਉਹਨਾਂ ਦੀ ਉਜਰਤ ਵੀ ਵਧੇਰੇ ਹੈ। ਸਾਡੇ ਦੇਸ਼ ਵਿੱਚ ਜੋ ਦੁਰਗਤ ਮਜ਼ਦੂਰ ਦੀ ਹੋ ਰਹੀ ਹੈ ਉਸ ਦੀ ਅਮਰੀਕਾ ਵਿੱਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਾਡੇ ਦੇਸ਼ ਵਿੱਚ ਬ੍ਰਾਹਮਣਵਾਦ ਦੇ ਪ੍ਰਭਾਵ ਅਧੀਨ ਜੋ ਕੁਝ ਵੀ ਨਹੀਂ ਉਪਜਾਉਂਦੇ ਉਹ ਸਭ ਤੋਂ ਵੱਧ ਮੌਜਾਂ ਮਾਣ ਰਹੇ ਹਨ, ਅਤੇ ਜਿਹੜੇ ਸਹੀ ਅਰਥਾਂ ਵਿੱਚ ਕੰਮ ਕਰਦੇ ਹਨ ਉਹ ਅਗਲੇਰੇ ਡੰਗ ਦੀ ਰੋਟੀ ਲਈ ਵੀ ਚਿੰਤਤ ਹਨ। ਬਹੁਤੇ ਅਮਰੀਕਨ ਦਫ਼ਤਰ ਦੇ ਕੰਮ ਨੂੰ ਨਫ਼ਰਤ ਕਰਦੇ ਹਨ। ਅਮਰੀਕਾ ਵਿੱਚ ਹਰ ਇੱਕ ਵਿਅਕਤੀ ਭੋਜਨ ਦੇ ਪੱਖੋਂ ਬਰਾਬਰ ਹੈ। ਜੋ ਭੋਜਨ ਅਮਰੀਕਾ ਦਾ ਰਾਸ਼ਟਰਪਤੀ ਖਾਂਦਾ ਹੈ ਉਹੀ ਭੋਜਨ ਅਮਰੀਕਾ ਦਾ ਮਜ਼ਦੂਰ ਵੀ ਖਾਂਦਾ ਹੈ। ਸੋ ਸਾਰੇ ਅਮਰੀਕਨ ਰੰਗ ਰੂਪ ਅਤੇ ਸਿਹਤ ਦੇ ਪੱਖੋਂ ਸਮੋਸਿਆਂ ਵਾਂਗ ਇੱਕੋ ਜਿਹੇ ਲੱਗਦੇ ਹਨ। ਉਹਨਾਂ ਨੇ ਹੱਥੀਂ ਕੰਮ ਕਰਨ ਨੂੰ ਇਤਨਾ ਸਤਿਕਾਰਯੋਗ ਬਣਾ ਦਿੱਤਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਵੀ ਆਪਣਾ ਸੂਟਕੇਸ ਆਪ ਚੁੱਕਣਾ ਪਸੰਦ ਕਰਦਾ ਹੈ। ਅਸੀਂ ਹਰੇਕ ਕੰਮ ਤੋਂ ਬਚਣ ਦਾ ਹਰ ਢੰਗ ਲੱਭ ਲਿਆ ਹੈ। ਉਹਨਾਂ ਨੇ ਹਰ ਕੰਮ ਨੂੰ ਕਰਨ ਦਾ ਤਰੀਕਾ ਸਿਰਜ ਲਿਆ ਹੈ। ਸਾਡੇ ਦੇਸ਼ ਵਿੱਚ ਪੂਜਾ ਹੀ ਕੰਮ ਹੈ, ਉੱਥੇ ਕੰਮ ਹੀ ਪੂਜਾ ਹੈ। ਅਮਰੀਕਾ ਦੀ ਖੁਸ਼ਹਾਲੀ ਮੈਨੂੰ ਹੈਰਾਨ ਨਹੀਂ ਕਰਦੀ, ਤੁਹਾਨੂੰ ਵੀ ਨਹੀਂ ਕਰੇਗੀ। ਸੋ ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਅਗਲੇ ਲੇਖ ਨਾਲ। ਧੰਨਵਾਦ।